ਨਮਸਕਾਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਮਰਜੀਤ ਸਿੰਘ ਤੇ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਵਿਸ਼ਵ ਸਿਹਤ ਸੰਗਠਨ ਨੇ ਡਾਕਟਰ ਹਰਸ਼ਵਰਧਨ ਨੂੰ ਸਪੈਸ਼ਲ ਡਾਕਟਰ ਜਨਰਲ ਸਨਮਾਨ ਨਾਲ ਨਵਾਜ਼ਿਆ। WHO ਦੀ ਕਾਰਜਕਾਰੀ ਬੋਰਡ ਮੀਟਿੰਗ ਦੌਰਾਨ ਡਾਕਟਰ ਹਰਸ਼ਵਰਧਨ ਨੇ ਮੈਂਬਰ ਮੁਲਕਾਂ ਵੱਲੋਂ ਮਹਾਮਾਰੀ ਦੇ ਨਾਲ ਟਾਕਰੇ ਲਈ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਕੌਮੀ ਵੈਕਸੀਨੇਸ਼ਨ ਮੁਹਿੰਮ ਦੇ 138ਵੇਂ ਦਿਨ ਤੱਕ 22 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ। ਵਿਦੇਸ਼ੀ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਸੁਖਾਲੀ ਬਣਾਈ ਗਈ। ਕੋਵੈਕਸੀਨ ਦਾ ਬੱਚਿਆਂ ਤੇ ਕਲੀਨਿਕਲ ਤਜਰਬਾ ਪਟਨਾ ਦੇ ਏਮਜ਼ ਵਿੱਚ ਸ਼ੁਰੂ। ਕੋਰੋਨਾ ਵਾਇਰਸ ਅਤੇ ਹੋਰ ਪਰੇਸ਼ਾਨੀਆਂ ਤੋਂ ਬੇਵਸ ਤੇ ਪਰੇਸ਼ਾਨ ਲੋਕਾਂ ਲਈ NGO ਸੰਸਥਾ ਆਖਰੀ ਉਮੀਦ ਆਸ ਦੀ ਕਿਰਨ ਸਾਬਤ ਹੋਈ। ਹਾੜੀ ਦੇ ਸੀਜ਼ਨ ਦੌਰਾਨ ਹੁਣ ਤੱਕ 409 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਮੁਕੰਮਲ। ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ ਹੋਏ ਖਰੀਦ ਕਾਰਜਾਂ ਦਾ ਲਾਭ 44 ਲੱਖ ਤੋਂ ਵੱਧ ਕਿਸਾਨਾਂ ਨੇ ਚੁੱਕਿਆ। ਪੰਜਾਬ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਦੀ ਰਕਮ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਖੁਸ਼ੀ ਪ੍ਰਗਟ ਕੀਤੀ। ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ 'ਚ ਪਏ ਮੀਂਹ ਨਾਲ ਮੌਸਮ ਹੋਇਆ ਖੁਸ਼ਗਵਾਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਦੇ 149ਵੇਂ ਸੈਸ਼ਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। WHO ਦੇ ਕਾਰਜਕਾਰੀ ਬੋਰਡ ਦੇ ਚੇਅਰਪਰਸਨ ਵਜੋਂ ਡਾਕਟਰ ਹਰਸ਼ਵਰਧਨ ਦਾ ਕਾਰਜਕਾਲ ਪੂਰਾ ਹੋ ਗਿਆ ਹੈ। ਪਿਛਲੇ ਸਾਲ ਮਈ ਦੇ ਮਹੀਨੇ 'ਚ ਡਾਕਟਰ ਹਰਸ਼ਵਰਧਨ ਨੇ WHO ਦੇ ਕਾਰਜਕਾਰੀ ਬੋਰਡ ਦੇ ਚੇਅਰਪਰਸਨ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ। ਮੰਤਰੀ ਨੇ ਮਹਾਮਾਰੀ ਦੌਰਾਨ ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਵੱਲੋਂ ਨਿਰੰਤਰ ਦਿੱਤੇ ਗਏ ਸਮਰਥਨ ਦੇ ਲਈ ਉਹਨਾਂ ਦੀ ਸ਼ਲਾਘਾ ਕੀਤੀ। ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਕੋਵਿਡ-19 ਦੀਆਂ ਦਵਾਈਆਂ ਅਤੇ ਟੀਕਿਆਂ ਨੂੰ ਸਭਨਾਂ ਤੱਕ ਪਹੁੰਚਾਉਣ ਦੇ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤੇ ਗਏ ਯਤਨਾਂ ਨੇ ਉਹਨਾਂ ਨੂੰ ਸਮੁੱਚੇ ਕਾਰਜਕਾਲ ਦੌਰਾਨ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਇਕਜੁੱਟਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਮਹਾਮਾਰੀ ਨਾਲ ਟਾਕਰੇ ਲਈ ਸਾਰੇ ਖੇਤਰਾਂ 'ਚ ਬੁਨਿਆਦੀ ਢਾਂਚੇ ਦੀ ਵਿਕਾਸ ਦੀ ਲੋੜ ਹੈ ਅਤੇ ਇਸ ਨੂੰ ਲਗਾਤਾਰ ਮਜ਼ਬੂਤ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ। WHO ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਅਧਨੋਮ ਗੈਬਰੀਏਸਸ ਨੇ ਡਾਕਟਰ ਹਰਸ਼ਵਰਧਨ ਨੂੰ ਵਿਸ਼ਵ ਪੱਧਰ ਤੇ ਸਿਹਤ ਸੁਧਾਰ ਲਈ ਉਹਨਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾਕਟਰ ਟੈਡਰੋਸ ਨੇ WHO ਦੇ ਸਪੈਸ਼ਲ ਡਾਇਰੈਕਟਰ ਜਨਰਲ ਸਨਮਾਨ ਹਾਸਲ ਕਰਨ ਲਈ ਵੀ ਡਾਕਟਰ ਹਰਸ਼ਵਰਧਨ ਨੂੰ ਵਧਾਈ ਦਿੱਤੀ। ਤੰਬਾਕੂ ਕੰਟਰੋਲ ਵਿੱਚ ਡਾਕਟਰ ਹਰਸ਼ਵਰਧਨ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਾਕਟਰ ਟੈਡਰੋਸ ਨੇ ਕਿਹਾ ਕਿ ਤੰਬਾਕੂ ਨੂੰ ਕੰਟਰੋਲ ਕਰਨ ਲਈ ਕੌਮਾਂਤਰੀ ਪੱਧਰ ਤੇ ਉਹਨਾਂ ਵੱਲੋਂ ਇੱਕ ਅਹਿਮ ਭੂਮਿਕਾ ਨਿਭਾਈ ਗਈ ਹੈ। The time to act is now. This is a time when we all understand that there are going to be many urgent health challenges in the next 2 decades. All these challenges demand a shared response because these are shared threats requiring shared responsibility to act. And of course, this is also the core philosophy of WHO. ਕੋਰੋਨਾ ਮਹਾਮਾਰੀ ਨਾਲ ਟਾਕਰੇ ਲਈ ਚਲਾਈ ਜਾ ਰਹੀ ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ 138ਵੇਂ ਦਿਨ 22 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। ਦੇਸ਼ ਭਰ 'ਚ ਹੁਣ ਤੱਕ 22 ਕਰੋੜ 8 ਲੱਖ 62 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਮੁਕੰਮਲ ਕੀਤਾ ਜਾ ਚੁੱਕਾ ਹੈ। 18 ਤੋਂ 44 ਸਾਲ ਤੱਕ ਦੀ ਉਮਰ ਵਰਗ ਦੇ 2 ਕਰੋੜ 25 ਲੱਖ 40 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਨੇ। ਪੰਜਾਬ ਵਿੱਚ ਇਸ ਉਮਰ ਵਰਗ ਦੇ 4,41,691 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 642 ਲਾਭਪਾਤਰੀਆਂ ਨੇ ਦੂਜੀ ਖੁਰਾਕ ਹਾਸਲ ਕਰ ਲਈ ਹੈ। ਟੀਕਾਕਰਨ ਮੁਹਿੰਮ ਦੇ 138ਵੇਂ ਦਿਨ 22,45,112 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ। 20,28,000 ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ, ਜਦਕਿ 2,16,000 ਤੋਂ ਵੱਧ ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ। ਭਾਰਤ 'ਚ ਦਵਾਈਆਂ ਬਾਰੇ ਨੇਮਬੱਧ ਸੰਸਥਾ DGCI ਨੇ ਵਿਦੇਸ਼ੀ ਵੈਕਸੀਨਾਂ ਨੂੰ ਦੇਸ਼ ਵਿੱਚ ਜਲਦੀ ਉਪਲਬਧ ਕਰਵਾਉਣ ਦੇ ਲਈ ਇਹਨਾਂ ਵੈਕਸੀਨਾਂ ਦਾ ਭਾਰਤ 'ਚ ਵੱਖਰੇ ਤੌਰ ਤੇ ਟਰਾਇਲ ਕਰਾਉਣ ਦੀਆਂ ਸ਼ਰਤਾਂ ਨੂੰ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਲਾਂਚ ਤੋਂ ਬਾਅਦ ਕੰਪਨੀਆਂ ਨੂੰ ਬ੍ਰਿਜ ਟਰਾਇਲ ਦੀ ਲੋੜ ਵੀ ਨਹੀਂ ਪਵੇਗੀ। ਨਵੀਂ ਦਿੱਲੀ 'ਚ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹਾ ਹੋਣ ਨਾਲ ਫਾਈਜ਼ਰ ਅਤੇ ਮਾਡਰਨਾ ਵਰਗੀਆਂ ਵਿਦੇਸ਼ੀ ਵੈਕਸੀਨਾਂ ਦੇਸ਼ 'ਚ ਛੇਤੀ ਉਪਲਬਧ ਹੋ ਸਕਣਗੀਆਂ। ਇਹਨਾਂ ਕੰਪਨੀਆਂ ਦੀ ਵੈਕਸੀਨ ਨੂੰ ਵੱਡੇ ਦੇਸ਼ਾਂ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਐਮਰਜੈਂਸੀ ਵਰਤੋਂ ਲਈ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਨਾਲ ਦੀ ਨਾਲ ਸਰਕਾਰ ਵੱਲੋਂ ਵੈਕਸੀਨ ਦੇ ਇਸਤੇਮਾਲ ਤੋਂ ਬਾਅਦ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਹਰਜ਼ਾਨੇ ਦਾ ਜਾਂ ਜਵਾਬਦੇਹੀ ਵਰਗੀ ਸ਼ਰਤ ਤੋਂ ਹਾਲ ਦੀ ਘੜੀ ਕਿਸੇ ਵੀ ਕੰਪਨੀ ਨੂੰ ਛੋਟ ਨਹੀਂ ਦਿੱਤੀ ਗਈ ਹੈ।
ਬੱਚਿਆਂ ਤੇ ਭਾਰਤ ਬਾਇਓਟੈਕ ਦੀ ਕੋਵੈਕਸਿਨ ਦਾ ਕਲੀਨਿਕਲ ਤਜਰਬਾ ਪਟਨਾ ਦੇ ਏਮਜ਼ ਵਿੱਚ ਸ਼ੁਰੂ ਹੋ ਗਿਆ ਹੈ। ਬਿਹਾਰ ਦੇ 15 ਬੱਚਿਆਂ ਨੇ ਇਸ ਟੈਸਟਿੰਗ ਵਿੱਚ ਸਵੈ ਇੱਛਾ ਨਾਲ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ। ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਾਰੇ ਬੱਚਿਆਂ ਦੀ RT-PCR ਐਂਟੀਬਾਡੀ ਜਾਂਚ ਅਤੇ ਮੁੱਢਲੀ ਸਿਹਤ ਜਾਂਚ ਵੀ ਕੀਤੀ ਗਈ। ਜਾਂਚ ਤੋਂ ਬਾਅਦ 3 ਬੱਚੇ ਇਸ ਤਜਰਬੇ ਲਈ ਸਹੀ ਪਾਏ ਗਏ ਨੇ। ਕਿਸੇ ਵੀ ਬੱਚੇ 'ਚ ਐਂਟੀਬਾਡੀ ਪਹਿਲਾਂ ਤੋਂ ਹੀ ਪਾਏ ਜਾਣ ਤੇ ਉਹਨਾਂ ਨੂੰ ਇਸ ਕਲੀਨਿਕਲ ਟ੍ਰਾਇਲ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਪਟਨਾ ਵਿਚਲੇ ਏਮਜ਼ ਦੇ ਕੋਵਿਡ ਮਾਮਲਿਆਂ ਬਾਰੇ ਨੋਡਲ ਪ੍ਰਭਾਰੀ ਡਾਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਟ੍ਰਾਇਲ ਦੇ ਲਈ 12 ਤੋਂ 18 ਸਾਲ ਦੇ ਬੱਚਿਆਂ ਨੂੰ ਪਹਿਲਾ ਟੀਕਾ ਲਗਾਇਆ ਗਿਆ ਹੈ। 0.5 ਮਿਲੀ ਵੈਕਸੀਨ ਦਾ ਇੰਜੈਕਸ਼ਨ ਲਗਾਉਣ ਤੋਂ ਬਾਅਦ 2 ਘੰਟਿਆਂ ਤੱਕ ਬੱਚਿਆਂ ਦੀ ਨਜ਼ਰਸਾਨੀ ਕੀਤੀ ਗਈ। 4 ਹਫ਼ਤਿਆਂ ਬਾਅਦ ਇਹਨਾਂ ਬੱਚਿਆਂ ਨੂੰ ਦੂਜਾ ਟੀਕਾ ਲਗਾਇਆ ਜਾਵੇਗਾ। ਇਸ ਅਰਸੇ ਦੌਰਾਨ ਬੱਚਿਆਂ ਦੀ ਸਿਹਤ ਤੇ ਕੜੀ ਨਜ਼ਰ ਰੱਖੀ ਜਾਵੇਗੀ। ਮੌਜੂਦਾ ਕੋਰੋਨਾ ਸੰਕਟ ਕਾਲ ਦੌਰਾਨ ਅਸੀਂ ਰੋਜ਼ਾਨਾ ਬੇਵਸ ਅਤੇ ਪਰੇਸ਼ਾਨ ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਦੀ ਆਰਥਿਕ ਤੰਗੀ ਅਤੇ ਹਸਪਤਾਲਾਂ ਵੱਲੋਂ ਲੁੱਟ-ਖਸੁੱਟ ਦੀਆਂ ਖਬਰਾਂ ਸੁਣਦੇ ਹਾਂ ਤੇ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਲੋਕੀ ਆਪਣਿਆਂ ਦਾ ਹੀ ਸਾਥ ਛੱਡਦੇ ਜਾ ਰਹੇ ਨੇ। ਅਜਿਹੇ ਮਾਹੌਲ ਵਿੱਚ ਕੁਝ ਅਜਿਹੀਆਂ ਸੰਸਥਾਵਾਂ ਵੀ ਨੇ ਜੋ ਮਨੁੱਖਤਾ ਦੀ ਸੇਵਾ ਦੇ ਲਈ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੰਦੀਆਂ ਨੇ। ਅਸੀਂ ਜਲੰਧਰ ਦੀ ਇੱਕ ਅਜਿਹੀ ਸੰਸਥਾ ਆਖਰੀ ਉਮੀਦ ਬਾਰੇ ਗੱਲ ਕਰਨ ਜਾ ਰਹੇ ਹਾਂ, ਜੋ ਮੁਸ਼ਕਲ ਸਮੇਂ ਵਿੱਚ ਨਾ ਸਿਰਫ ਗਰੀਬਾਂ ਲਈ 11 ਰੁਪਏ ਵਿੱਚ ਭੋਜਨ, ਕੱਪੜੇ ਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਰਹੀ ਹੈ, ਸਗੋਂ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਨਾਲ ਮਰਨ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਲਈ ਵੀ ਵੱਧ ਚੜ੍ਹ ਕੇ ਅੱਗੇ ਆਈਏ। ਸਿਰਫ 11 ਰੁਪਏ ਵਿੱਚ ਹੀ ਆਖਰੀ ਉਮੀਦ ਸੰਸਥਾ ਹੁਣ ਤੱਕ 548 ਕੋਰੋਨਾ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਵਾ ਚੁੱਕੀ ਹੈ। ਜਲੰਧਰ ਵਿੱਚ ਕੰਮ ਕਰ ਰਹੇ ਆਖਰੀ ਉਮੀਦ ਸੰਸਥਾ ਦੇ ਲੋਕਾਂ ਵੱਲੋਂ ਬਣਾਏ ਗਏ ਸਟੋਰ ਨੂੰ 11 ਰੁਪਏ ਦੀ ਕੰਟੀਨ ਕਿਹਾ ਜਾਂਦਾ ਹੈ। ਇੱਥੇ ਪਿਆ ਸਾਰਾ ਸਾਮਾਨ, ਚਾਹੇ ਉਹ ਲੇਡੀ ਸੂਟ ਹੋਵੇ ਜਾਂ ਜੈਂਟ ਸੂਟ, ਚਾਹੇ ਬੱਚਿਆਂ ਦੇ ਕੱਪੜੇ ਹੋਣ ਜਾਂ ਦਵਾਈਆਂ, ਘਰੇਲੂ ਸਾਮਾਨ, ਟੀਵੀ, ਫ੍ਰਿਜ ਜਾਂ ਕੂਲਰ ਸਮੇਤ ਹੋਰ ਸਾਮਾਨ, ਇੱਥੇ ਸਾਰਾ ਕੁਝ ਮੁਹੱਈਆ ਕਰਵਾਇਆ ਜਾਂਦਾ ਹੈ। ਇੱਥੇ ਆਉਣ ਵਾਲੇ ਲੋਕ ਇੱਥੋਂ ਕੁਝ ਵੀ ਖਰੀਦ ਲੈਣ, ਪਰ ਉਹਨਾਂ ਨੂੰ ਸਿਰਫ 11 ਰੁਪਏ ਦੀ ਕੀਮਤ ਹੀ ਚੁਕਾਉਣੀ ਪੈਂਦੀ ਹੈ। ਲੋਕਾਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਆਖਰੀ ਉਮੀਦ ਸੰਸਥਾ ਜ਼ਰੂਰਤਮੰਦ ਲੋਕਾਂ ਲਈ ਖਾਣ ਪੀਣ ਤੋਂ ਲੈ ਕੇ ਉਹਨਾਂ ਦੇ ਪਾਉਣ ਵਾਲੇ ਕੱਪੜੇ ਤੇ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਤੇ ਡਾਕਟਰ ਦਾ ਵੀ ਪ੍ਰਬੰਧ ਕਰਦੀ ਹੈ। ਇੱਥੋਂ ਤੱਕ ਕਿ ਜੋ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ 11 ਰੁਪਏ ਵਿੱਚ ਕਾਪੀਆਂ, ਕਿਤਾਬਾਂ ਤੇ ਪੜ੍ਹਾਈ ਦਾ ਸਾਮਾਨ ਮੁਹੱਈਆ ਕਰਾਉਂਦੀ ਹੈ। ਆਖਰੀ ਉਮੀਦ ਸੰਸਥਾ ਨੇ ਕੋਰੋਨਾ ਕਾਰਨ ਮਰਨ ਵਾਲੇ ਉਹਨਾਂ ਲੋਕਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਘਰ ਵਾਲੇ ਜਾਂ ਤਾਂ ਛੱਡ ਗਏ ਜਾਂ ਫਿਰ ਉਹਨਾਂ ਦੀ ਮਾਲੀ ਹਾਲਤ ਚੰਗੀ ਨਹੀਂ ਸੀ। ਆਖਰੀ ਉਮੀਦ ਸੰਸਥਾ ਦੇ ਸੰਚਾਲਕ ਜਤਿੰਦਰ ਪਾਲ ਦੱਸਦੇ ਨੇ ਕਿ ਕੋਰੋਨਾ ਕਾਰਨ ਉਹਨਾਂ ਨੂੰ ਇਸ ਕੰਮ ਨੂੰ ਸ਼ੁਰੂਆਤ ਕੀਤੀ ਅਤੇ ਇੱਕ ਅਜਿਹਾ ਸਟੋਰ ਬਣਾਇਆ ਜਿਸ ਵਿੱਚ ਮੌਜੂਦ ਹਰ ਸਾਮਾਨ ਦੀ ਕੀਮਤ ਸਿਰਫ 11 ਰੁਪਏ ਰੱਖੀ ਗਈ। ਜੇ ਕਿਸੇ ਮਰੀਜ਼ ਲਈ ਐਂਬੂਲੈਂਸ ਸੇਵਾ ਦੀ ਲੋੜ ਹੁੰਦੀ ਹੈ ਤਾਂ ਆਖਰੀ ਉਮੀਦ ਸੰਸਥਾ ਸਿਰਫ ਜਲੰਧਰ 'ਚ ਹੀ ਨਹੀਂ ਸਗੋਂ ਪੰਜਾਬ ਦੇ ਬਾਕੀ ਹਿੱਸਿਆਂ ਤੇ ਪੰਜਾਬ ਦੇ ਬਾਹਰ ਵੀ ਸੇਵਾ ਮੁਹੱਈਆ ਕਰਵਾਉਂਦੀ ਹੈ। ਅੱਜ ਆਖਰੀ ਉਮੀਦ ਸੰਸਥਾ ਵੱਲੋਂ ਲਗਾਤਾਰ ਪਿਛਲੇ ਸਾਲ ਤੋਂ ਕੋਰੋਨਾ ਕਾਲ ਦੇ ਚਲਦਿਆਂ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਜੀਅ ਉਹਨਾਂ ਤੋਂ ਵਿਛੜ ਗਏ, ਕੋਰੋਨਾ ਦੀ ਭੇਟ ਚੜ੍ਹ ਗਏ, ਉਹਨਾਂ ਦੇ ਸੰਸਕਾਰ ਦੀ ਸੇਵਾ ਇਸ ਸੰਸਥਾ ਵੱਲੋਂ ਨਿਭਾਈ ਗਈ ਹੈ। ਗੱਲ ਕੀਤੀ ਜਾਵੇ ਸੇਵਾਵਾਂ ਦੀ, ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਅਸੀਂ ਬਸਤੀ ਸ਼ੇਖ ਰੋਡ ਜਿਸ ਲੋਕੇਸ਼ਨ ਦੇ ਉੱਤੇ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ ਜਾਂ ਬੈਠੇ ਹਾਂ, ਇੱਥੇ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਰੋਟੀ, ਕੱਪੜਾ ਅਤੇ ਦਵਾਈ ਦੇਖਣ 'ਚ ਆਇਆ ਕਿ ਪਿਛਲੇ ਸਾਲ ਦੇ ਵਿੱਚ ਕਰੋਨਾ ਦੇ ਨਾਲ ਬੜੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਦੀ ਕਿ ਜਾਂ ਤਾਂ ਉਹਨਾਂ ਦੀ ਜੋਬ ਚਲੇ ਗਈ ਜਾਂ ਉਹਨਾਂ ਦੀਆਂ ਜੋ ਤਨਖਾਹਾਂ ਸੀਗੀਆਂ ਉਹ ਅੱਧੀਆਂ ਰਹਿ ਗਈਆਂ। ਉਹਨਾਂ ਨੂੰ ਦੇਖਦੇ ਹੋਏ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ। ਪਿਛਲੀ ਅਕਤੂਬਰ ਤੋਂ ਇਹ ਆਫਿਸ ਅਸੀਂ ਚਲਾ ਰਹੇ ਹਾਂ। ਇੱਥੇ ਮੁੱਖ ਦਫ਼ਤਰ ਜੋ ਆਖਰੀ ਉਮੀਦ NGO ਦਾ, ਇਸ ਦੇ ਵਿੱਚ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਕੱਪੜਾ, ਰੋਟੀ ਅਤੇ ਦਵਾਈ ਪ੍ਰੋਵਾਈਡ ਕੀਤੀ ਜਾਂਦੀ ਹੈ। ਉਹਦੇ ਨਾਲ ਸਾਡੇ ਕੋਲ ਕੋਈ ਟੀਵੀ, ਫ੍ਰਿਜ, ਵਾਸ਼ਿੰਗ ਮਸ਼ੀਨ, ਕੂਲਰ, ਕੋਈ ਵੀ ਅਗਰ ਕੀਮਤੀ ਸਮਾਨ ਵੀ ਆਉਂਦਾ ਤਾਂ ਉਹ ਵੀ 11 ਰੁਪਈਆਂ 'ਚ ਮੁਹੱਈਆ ਕਰਾਇਆ ਜਾਂਦਾ ਹੈ। ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਜੀ ਆਖਰੀ ਉਮੀਦ NGO ਵੱਲੋਂ। ਕੱਲ੍ਹ ਇਹਦੀ ਓਪਨਿੰਗ ਕੀਤੀ ਗਈ ਹੈ, ਜਿਹਦੀ ਕਿ ਕੱਲ੍ਹ ਸਾਡੇ ਮਾਨਯੋਗ DC ਸਾਹਿਬ ਅਤੇ ਸੰਤ ਸੀਚੇਵਾਲ ਜੀ ਇਹਨੂੰ ਹਰੀ ਝੰਡੀ ਦੇ ਕੇ ਗਏ ਨੇ ਤੇ ਉਹਨਾਂ ਦੇ ਕਰ ਕਮਲਾਂ ਤੋਂ ਅਸੀਂ ਇਹਨੂੰ ਸਟਾਰਟ ਕਰਾਇਆ। ਔਰ ਇਸ ਜੋ ਸੇਵਾ ਹੈ ਇਹ 24 ਘੰਟੇ ਸੇਵਾ ਵੀਰ ਜੀ। ਇਹ ਜਲੰਧਰ ਦੇ ਮਿੱਠਾਪੁਰ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਉਹਨਾਂ ਦੀ 51 ਵਰ੍ਹਿਆਂ ਦੀ ਚਾਚੀ ਕਮਲਪ੍ਰੀਤ ਕੌਰ ਦਾ ਕੋਵਿਡ ਕਾਰਨ ਦੇਹਾਂਤ ਹੋ ਗਿਆ। ਇਸ ਮੁਸ਼ਕਲ ਸਮੇਂ ਉਹਨਾਂ ਦੇ ਸਕੇ ਸੰਬੰਧੀ ਅਤੇ ਰਿਸ਼ਤੇਦਾਰ ਸਾਥ ਛੱਡ ਗਏ, ਇੱਥੋਂ ਤੱਕ ਕਿ ਉਹਨਾਂ ਦੇ ਅੰਤਿਮ ਸੰਸਕਾਰ ਲਈ ਵੀ ਕੋਈ ਲਾਗੇ ਨਹੀਂ ਲੱਗਿਆ। ਅਜਿਹੀ ਸਥਿਤੀ ਵਿੱਚ ਆਖਰੀ ਉਮੀਦ ਸੰਸਥਾ ਉਹਨਾਂ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਖੁਦ ਵੀ ਪ੍ਰਭਾਵਿਤ ਹੋ ਕੇ ਇਸ ਸੰਸਥਾ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ। ਇਸ ਔਖੀ ਘੜੀ ਦੇ ਵਿੱਚ ਇਹ ਜਿਹੜਾ ਸੰਸਥਾ ਉਪਰਾਲਾ ਕਰ ਰਹੀ ਹੈਗੀ ਆ, ਇਸ ਨੂੰ ਮੈਂ ਵਨ ਆਫ ਦਾ ਬੈਸਟ ਕਹਾਂਗਾ, ਕਿਉਂਕਿ ਅਗਰ ਅੱਜ ਅਸੀਂ ਇਨਸਾਨੀਅਤ ਦੀ ਸੇਵਾ ਨਹੀਂ ਕਰਾਂਗੇ, ਮਨੁੱਖਤਾ ਦੀ ਸੇਵਾ ਨਹੀਂ ਕਰਾਂਗੇ ਤੇ ਆਉਣ ਵਾਲਾ ਟਾਈਮ ਹੋਰ ਔਖਾ ਹੋ ਜਾਏਗਾ। ਅੱਜ ਇਸ ਬਿਮਾਰੀ ਦੇ ਕਰਕੇ ਭਰਾ ਦੇ ਨਾਲ ਨਹੀਂ ਖੜਾ ਹੋ ਰਿਹਾ, ਰਿਸ਼ਤੇਦਾਰ ਦੇ ਨਾਲ ਨਹੀਂ ਖੜਾ ਹੋ ਰਿਹਾ, ਐਂਡ ਅਸੀਂ ਇਹ ਸੰਸਥਾ ਦੇ ਨਾਲ ਜੁੜ ਕੇ ਅੱਜ ਨੇਕ ਕੰਮ ਕਰਕੇ ਲੋਕਾਂ ਦੇ ਨਾਲ ਖੜੇ ਹੋਵਾਂਗੇ ਅਤੇ ਲੋਕਾਂ ਨੂੰ ਜਿੱਥੇ ਵੀ ਜ਼ਰੂਰਤ ਪਵੇ 24 ਘੰਟੇ ਜਦੋਂ ਮਰਜ਼ੀ ਅਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਪਿਛਲੇ ਦਿਨੀ ਐਂਬੂਲੈਂਸ
ਹਾੜੀ ਦੇ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ ਕਣਕ ਦੀ ਖਰੀਦ ਦਾ ਕੰਮ ਚੋਣਵੇਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਨਿਰਵਿਘਨ ਜਾਰੀ ਹੈ। ਹੁਣ ਤੱਕ 409 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ 363 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਸੀ। ਘੱਟੋ ਘੱਟ ਸਮਰਥਨ ਮੁੱਲ ਅਨੁਸਾਰ 80,936 ਕਰੋੜ ਦੇ ਖਰੀਦ ਕਾਰਜਾਂ ਦਾ ਤਕਰੀਬਨ 44,12,000 ਕਿਸਾਨ ਪਹਿਲਾਂ ਤੋਂ ਹੀ ਲਾਭ ਲੈ ਚੁੱਕੇ ਨੇ। ਕੁਝ ਸੂਬਿਆਂ 'ਚ ਝੋਨੇ ਦੀ ਖਰੀਦ ਦਾ ਕੰਮ ਵੀ ਜਾਰੀ ਹੈ। ਹੁਣ ਤੱਕ 796 ਲੱਖ ਮੀਟਰਿਕ ਟਨ ਤੋਂ ਵੱਧ ਝੋਨਾ ਖਰੀਦਿਆ ਜਾ ਚੁੱਕਾ ਹੈ। ਪਿਛਲੇ ਸਾਲ ਇਸੇ ਅਰਸੇ ਦੌਰਾਨ 726 ਲੱਖ ਮੀਟਰਿਕ ਟਨ ਝੋਨਾ ਖਰੀਦਿਆ ਗਿਆ ਸੀ। MSP ਤਹਿਤ ਕੀਤੀ ਜਾ ਰਹੀ ਝੋਨੇ ਦੀ ਖਰੀਦ ਦਾ ਤਕਰੀਬਨ 118 ਲੱਖ ਤੋਂ ਵੱਧ ਕਿਸਾਨਾਂ ਨੇ ਲਾਹਾ ਲਿਆ ਹੈ। ਇਸ ਸਮੇਂ ਪੰਜਾਬ ਵਿੱਚ ਹਾੜੀ ਦੀ ਫਸਲ ਦੀ ਖਰੀਦ ਦਾ ਕੰਮ ਅੰਤਿਮ ਪੜਾਅ ਤੇ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਕਣਕ ਦੀ ਖਰੀਦ ਦੀ ਰਕਮ ਦੀ ਸਿੱਧੀ ਅਦਾਇਗੀ ਉਹਨਾਂ ਦੇ ਖਾਤਿਆਂ ਵਿੱਚ ਪ੍ਰਾਪਤ ਹੋਈ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਣੀਏਵਾਲਾ ਦੇ ਕਿਸਾਨ ਦਲਵਿੰਦਰ ਸਿੰਘ ਅਤੇ ਫਤਿਹਗੜ੍ਹ ਸਾਹਿਬ ਦੇ ਸਰਹੰਦ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਆਪਣੇ ਖਾਤਿਆਂ ਵਿੱਚ ਅਦਾਇਗੀ ਦੀ ਰਕਮ ਆਉਣ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਦਲਵਿੰਦਰ ਸਿੰਘ ਸਰਹੰਦ ਤੋਂ ਜੋ ਸਿੱਧੀ ਅਦਾਇਗੀ ਸ਼ੁਰੂ ਹੋਈ ਹੈ ਉਸ ਦੇ ਕਿਸਾਨਾਂ ਨੂੰ ਸਾਨੂੰ ਬਹੁਤ ਫਾਇਦੇ ਨੇ। ਸਾਡੇ ਖਾਤੇ ਦੇ ਵਿੱਚ ਪੇਮੈਂਟ ਵੀ ਟਾਈਮ ਸਿਰ ਆ ਗਈ ਅਤੇ ਖੱਜਲ ਖੁਆਰੀ ਵੀ ਕੋਈ ਨਹੀਂ ਹੋਈ। ਮੈਂ ਦਲਵਿੰਦਰ ਸਿੰਘ ਕਣੀਏਵਾਲਾ ਪਿੰਡ ਬੋਲ ਰਿਹਾ। ਜਿਹੜੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਸਿੱਧੇ ਖਾਤੇ 'ਚ ਪੈਸੇ ਪਾਏ ਆ ਉਹ ਲਾਹੇਵੰਦ ਹੈ ਅਤੇ 48 ਘੰਟਿਆਂ ਦੇ ਅੰਦਰ ਪੇਮੈਂਟ ਆ ਜਾਂਦੀ ਹੈ ਖਾਤੇ 'ਚ। ਪੰਜਾਬ ਦੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਗਲਾ ਨੇ ਵਿਦਿਅਕ ਸੈਸ਼ਨ 2020-21 ਦੌਰਾਨ ਸ਼ਲਾਘਾਯੋਗ ਕੰਮ ਕਰਨ ਵਾਲੇ ਸਰਕਾਰੀ ਸਕੂਲਾਂ ਦੀ ਗ੍ਰੇਡਿੰਗ ਆਧਾਰਿਤ ਦਰਜਾਬੰਦੀ ਸੂਚੀ ਜਾਰੀ ਕੀਤੀ ਹੈ। ਸਕੂਲਾਂ ਦੀ ਰੈਂਕਿੰਗ ਨੂੰ 3 ਹਿੱਸਿਆਂ 'ਚ ਵੰਡਿਆ ਗਿਆ ਹੈ, ਜਿਨ੍ਹਾਂ 'ਚ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਨੇ। ਹਰੇਕ ਜ਼ਿਲ੍ਹੇ 'ਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਮਿਡਲ ਸਕੂਲ ਨੂੰ 5 ਲੱਖ, ਹਾਈ ਸਕੂਲ ਨੂੰ 7.5 ਲੱਖ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਦੀ ਗ੍ਰੇਡਿੰਗ ਨਤੀਜਿਆਂ, ਮੁੱਢਲੇ ਢਾਂਚੇ ਦੀ ਸਥਿਤੀ, ਹੋਰਨਾਂ ਵਿਦਿਆਰਥੀ ਵਿਕਾਸ ਸਰਗਰਮੀਆਂ, ਸਕੂਲ ਪ੍ਰਬੰਧਨ ਕਮੇਟੀਆਂ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਦੇ ਆਧਾਰ ਤੇ। ਮੰਤਰੀ ਨੇ ਦੱਸਿਆ ਕਿ ਇਨਾਮ ਦੀ ਰਾਸ਼ੀ ਨੂੰ ਉਨ੍ਹਾਂ ਸਕੂਲਾਂ ਵਿੱਚ ਬਰਾਬਰ ਤਕਸੀਮ ਕੀਤਾ ਜਾਵੇਗਾ ਜਿਨ੍ਹਾਂ ਜ਼ਿਲ੍ਹਿਆਂ 'ਚ ਰੈਂਕਿੰਗ ਦੌਰਾਨ ਇੱਕ ਤੋਂ ਵੱਧ ਸਕੂਲ ਬਰਾਬਰ ਦੇ ਅੰਕ ਹਾਸਲ ਕਰਦੇ ਨੇ। ਸਿੰਗਲਾ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਗੁਣਵੱਤਾ 'ਚ ਸੁਧਾਰ ਲਿਆਉਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਚੰਗੀ ਮੁਕਾਬਲੇਬਾਜ਼ੀ ਲਈ ਇੱਕ ਬਰਾਬਰ ਦਾ ਮੰਚ ਵੀ ਮਿਲੇਗਾ। ਜਲੰਧਰ ਸਮੇਤ ਪੰਜਾਬ ਦੇ ਕਈ ਹੋਰਨਾਂ ਸ਼ਹਿਰਾਂ ਵਿੱਚ ਕੱਲ੍ਹ ਸ਼ਾਮ ਤੋਂ ਹਨੇਰੀ, ਝੱਖੜ, ਝੁੱਲਣ ਅਤੇ ਮੌਲੇਦਾਰ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ 'ਚ ਅਚਾਨਕ ਆਏ ਇਸ ਬਦਲਾਅ ਦੇ ਨਾਲ ਕਈ ਥਾਵਾਂ ਤੇ ਸੜਕਾਂ ਕੰਢੇ ਲੱਗੇ ਰੁੱਖ ਅਤੇ ਖੰਭੇ ਆਦਿ ਡਿੱਗ ਗਏ ਨੇ, ਜਿਸ ਦੇ ਚੱਲਦੇ ਸੜਕੀ ਆਵਾਜਾਈ ਦੀ ਕੁਝ ਮੁਸ਼ਕਲਾਂ ਪੇਸ਼ ਆਈਆਂ। ਕੱਲ੍ਹ ਦੇਰ ਸ਼ਾਮ ਤੋਂ ਸ਼ੁਰੂ ਹੋਈ ਬਾਰਿਸ਼ ਅਤੇ ਅੱਜ ਤੜਕਸਾਰ ਤੱਕ ਰੁਕ ਰੁਕ ਕੇ ਚੱਲਦੀ ਰਹੀ। ਬਾਰਿਸ਼ ਦੇ ਚੱਲਦਿਆਂ ਕੰਮਕਾਰ ਤੋਂ ਦੇਰ ਰਾਤ ਵਾਪਸ ਪਰਤਣ ਵਾਲਿਆਂ ਤੇ ਸਵੇਰੇ ਵੇਲੇ ਛੇਤੀ ਘਰਾਂ ਤੋਂ ਨਿਕਲਣ ਵਾਲਿਆਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਡੀਡੀ ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਇਹ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਤੇ ਵੀ ਉਪਲਬਧ ਨੇ। ਬੁਲੇਟਿਨ ਦੇ ਆਖਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਵਿਸ਼ਵ ਸਿਹਤ ਸੰਗਠਨ ਨੇ ਡਾਕਟਰ ਹਰਸ਼ਵਰਧਨ ਨੂੰ ਸਪੈਸ਼ਲ ਡਾਕਟਰ ਜਨਰਲ ਸਨਮਾਨ ਨਾਲ ਨਿਵਾਜ਼ਿਆ। WHO ਦੀ ਕਾਰਜਕਾਰੀ ਬੋਰਡ ਮੀਟਿੰਗ ਦੌਰਾਨ ਡਾਕਟਰ ਹਰਸ਼ਵਰਧਨ ਨੇ ਮੈਂਬਰ ਮੁਲਕਾਂ ਵੱਲੋਂ ਮਹਾਮਾਰੀ ਨਾਲ ਟਾਕਰੇ ਲਈ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਕੌਮੀ ਵੈਕਸੀਨੇਸ਼ਨ ਮੁਹਿੰਮ ਦੇ 138ਵੇਂ ਦਿਨ ਤੱਕ 22 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ। ਵਿਦੇਸ਼ੀ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਸੁਖਾਲੀ ਬਣਾਈ ਗਈ। ਕੋਵੈਕਸਿਨ ਦਾ ਬੱਚਿਆਂ ਤੇ ਕਲੀਨਿਕਲ ਤਜਰਬਾ ਪਟਨਾ ਦੇ ਏਮਜ਼ ਵਿੱਚ ਸ਼ੁਰੂ। ਕੋਰੋਨਾ ਵਾਇਰਸ ਅਤੇ ਹੋਰ ਪਰੇਸ਼ਾਨੀਆਂ ਤੋਂ ਬੇਵੱਸ ਤੇ ਪਰੇਸ਼ਾਨ ਲੋਕਾਂ ਲਈ NGO ਸੰਸਥਾ ਆਖਰੀ ਉਮੀਦ ਆਸ ਦੀ ਕਿਰਨ ਸਾਬਤ ਹੋਈ। ਹਾੜੀ ਦੇ ਸੀਜ਼ਨ ਦੌਰਾਨ ਹੁਣ ਤੱਕ 409 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਮੁਕੰਮਲ। ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਹੋਏ ਖਰੀਦ ਕਾਰਜਾਂ ਦਾ ਲਾਭ 44 ਲੱਖ ਤੋਂ ਵੱਧ ਕਿਸਾਨਾਂ ਨੇ ਚੁੱਕਿਆ। ਪੰਜਾਬ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਦੀ ਰਕਮ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਖੁਸ਼ੀ ਪ੍ਰਗਟ ਕੀਤੀ। ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ 'ਚ ਪਏ ਮੀਂਹ ਨਾਲ ਮੌਸਮ ਹੋਇਆ ਖੁਸ਼ਗਵਾਰ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।